दोहरा और हरकत चंदू भयो पुरियो मनोरथ जान। कवि साहब जी लिखते आ ਜਿਹੜਾ ਚੰਦੂ ਹੈ ਇਹ ਬਹੁਤ ਖੁਸ਼ ਹੁੰਦਾ ਹੈ। ਇਹਦੇ ਮਨ ਵਿੱਚ ਬੜੀ ਖੁਸ਼ੀ ਹੋਈ ਜਦੋਂ ਇਹਨੂੰ ਪਤਾ ਚੱਲਿਆ, ਖਬਰ ਮਿਲੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਏ ਆ। ਚੰਦੂ ਦੇ ਮਨ ਵਿੱਚ ਬਹੁਤ ਖੁਸ਼ੀ ਹੋਈ ਹੈ। ਮਾਨੋ ਕਿ ਇਹਨੇ ਸੋਚਿਆ ਵੀ ਮੇਰਾ ਜਿਹੜਾ ਮਨੋਰਥ ਆ ਨਾ, ਉਹ ਮੇਰਾ ਮਨੋਰਥ ਪੂਰਾ ਹੋ ਗਿਆ। ਜਿਹੜਾ ਮੈਂ ਕੰਮ ਸ਼ੁਰੂ ਕੀਤਾ ਸੀ ਮੇਰਾ ਉਹ ਕੰਮ ਪੂਰਾ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋ ਗਏ ਹਨ। दया नजूमी को दरब और उमरावन मान। ਇਹ ਚੰਦੂ ਦੀ ਸੋਚ ਆ, ਵਰਨਾ ਸਤਿਗੁਰੂ ਜੀ ਨੂੰ ਕੌਣ ਕੈਦ ਕਰ ਸਕਦਾ ਹੈ। ਪਰ ਚੰਦੂ ਬੜਾ ਖੁਸ਼ ਹੁੰਦਾ ਹੈ। ਜਿਹੜਾ ਨਜ਼ੂਮੀ ਆ, ਜਿਸ ਨੂੰ ਇਹਨੇ ਖਰੀਦਿਆ ਹੈ, ਜਿਸ ਨੇ ਬਾਦਸ਼ਾਹ ਨੂੰ ਸਾੜ ਸਤੀ ਕਹਿ ਕੇ ਡਰਾਇਆ ਹੈ, ਉਸ ਨਜ਼ੂਮੀ ਨੂੰ ਕਾਫੀ ਧਨ ਦਿੱਤਾ ਗਿਆ, ਉਹਨੂੰ ਕਾਫੀ ਮਾਇਆ ਦਿੱਤੀ ਗਈ ਹੈ। ਇਸੇ ਤਰ੍ਹਾਂ ਹੋਰ ਵੀ ਜਿਹੜਾ ਉਮਰਾਵਰ, ਜਿਹੜੇ ਬਾਕੀ ਕਰਮਚਾਰੀ ਆ, ਜਿਹੜੇ ਮੁਖੀ ਲੋਕ ਹਨ, ਉਹਨਾਂ ਦੇ ਮਨ ਦੇ ਵਿੱਚ ਵੀ ਮਾਣ ਬਖਸ਼ਿਸ਼ ਕੀਤਾ। ਜਿਨ੍ਹਾਂ ਨੇ ਚੰਦੂ ਦੇ ਨਾਲ ਹੋ ਕੇ ਬਾਦਸ਼ਾਹ ਨੂੰ ਕਿਹਾ ਸੀ ਕਿ ਵੇਖੋ ਬਾਦਸ਼ਾਹ ਜੀ, ਇਹ ਨਜੂਮੀ ਤੇ ਸਾਡਾ ਪਰਖਿਆ ਹੋਇਆ ਹੈ, ਕਦੇ ਕੱਚੀ ਗੱਲ ਨਹੀਂ ਕਰਦਾ, ਇਹਨੇ ਤੁਹਾਡੇ ਭਲੇ ਵਾਸਤੇ ਚੰਗੀ ਸਲਾਹ ਦਿੱਤੀ ਆ। ਉਹ ਜਿੰਨੀ ਵੀ ਚੰਡਾਲ ਚੌਂਕੜੀ ਆ ਚੰਦੂ ਦੇ ਨਾਲ, ਇਸ ਚੰਦੂ ਨੇ ਉਹਨਾਂ ਨੂੰ ਮਾਣ ਬਖਸ਼ਿਸ਼ ਕੀਤਾ ਵੀ ਤੁਹਾਡੇ ਸ਼ਾਬਾਸ਼, ਬਹੁਤ ਵਧੀਆ ਕੰਮ ਕੀਤਾ। ਅਤੇ ਜਿਹੜਾ ਨਜ਼ੂਮੀ ਆ, ਉਸ ਨਜੂਮੀ ਨੂੰ ਕਾਫੀ ਪੈਸੇ ਦਿੱਤੇ, ਧਨ ਦਿੱਤੇ ਆ ਵੀ ਤੁਸੀਂ ਬਹੁਤ ਵਧੀਆ ਬਾਦਸ਼ਾਹ ਨੂੰ ਵਲ ਛਲ ਕੇ ਫਰੇਬ ਵਿੱਚ ਲਿਆਂਦਾ ਅਤੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਲ ਮਿਲ ਕੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚਾ ਦਿੱਤਾ ਹੈ। ਚੌਪਈ ਪਰੇ ਕੈਦ ਅਬ ਕਰਹੁ ਹਾਨ। ਇਸ ਪਾਪੀ ਨੇ ਇਹ ਵਿਚਾਰਿਆ ਕਿ ਹੁਣ ਇਸ ਵੇਲੇ ਸਤਿਗੁਰੂ ਮਹਾਰਾਜ ਜੀ ਕੈਦ ਵਿੱਚ ਪੈ ਗਏ ਆ ਅਤੇ ਹੁਣ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਨੁਕਸਾਨ ਕਰਾਂਗਾ, ਬੜੀ ਹਾਨੀ ਕਰਾਂਗਾ। ਛੂਟਣ ਨਿਕਸਨ ਹੋਏ ਨਾ ਤਹਾਂ। ਇਹੋ ਜਿਹਾ ਯਤਨ ਕਰਾਂਗਾ, ਇਹੋ ਜਿਹਾ ਸਮਾਂ ਮੈਂ ਬਣਾ ਲਵਾਂਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਵਾਂਗਾ। ਇਸ ਚੰਦੂ ਨੇ ਆਪਣੇ ਮਨ ਵਿੱਚ ਇਹ ਵਿਚਾਰ ਕੀਤੀ ਹੈ। ਜਤਨ ਵਿਚਾਰਤ ਮਾਰਨ ਕੀਰਾ। ਔਰ ਏਡਾ ਦਿਲ ਦਾ ਪਾਪੀ ਆ, ਸੋਚਦਾ ਹੈ ਵੀ ਕਿਹੜੇ ਢੰਗ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਿਆ ਜਾਏ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਪੀ ਬੰਦਾ ਹਮੇਸ਼ਾ ਪਾਪ ਹੀ ਸੋਚਦਾ ਹੈ ਔਰ ਵਲ ਛਲ ਦੇ ਵਾਸਤੇ ਫਰੇਬ ਵੀ ਕਰਦਾ ਹੈ। ਇਹ ਆਪਣੇ ਮਨ ਵਿੱਚ ਸੋਚਦਾ ਹੈ ਕਿ ਸਤਿਗੁਰੂ ਨੂੰ ਮੈਂ ਕੈਦ ਕਰਵਾ ਦਿੱਤਾ ਹੈ ਬਹਾਨੇ ਬਣਾ ਕੇ ਸਾੜ ਸਤੀ ਦੇ। ਹੁਣ ਮੈਂ ਸੋਚਦਾ ਹਾਂ ਕਿ ਗੁਰੂ ਸਾਹਿਬ ਜੀ, ਜਿਨ੍ਹਾਂ ਨੂੰ ਕੌਣ ਮਾਰ ਸਕਦਾ ਹੈ, ਜਿਹੜੇ ਸਾਰੇ ਸੰਸਾਰ ਦੇ ਹੀ ਮਾਲਕ ਆ। ਤੋ ਕਵੀ ਸਾਹਿਬ ਜੀ ਲਿਖਦੇ ਆ ਵੀ ਉਹਦੇ ਮਨ ਵਿੱਚ ਵਿਚਾਰ ਇਹ ਚੱਲਦੀ ਆ, ਹੁਣ ਮੈਂ ਕੋਈ ਯਤਨ ਲੱਭਾਂ ਜਿਹਦੇ ਨਾਲ ਸਤਿਗੁਰੂ ਜੀ ਨੂੰ ਮਾਰ ਦਿੱਤਾ ਜਾਏ। ਇਸ ਦਿਨ ਗਿਣਤੀ ਗਿਣਹਿ ਕਨੇਰਾ। ਇਹ ਜਿਹੜਾ ਕਪਟ ਦਿਲ ਵਾਲਾ ਦਿਨ ਤੇ ਰਾਤ ਆਪਣੇ ਮਨ ਵਿੱਚ ਇਹ ਪਾਪ ਕਰਮ ਕਰਨ ਵਾਸਤੇ ਗਿਣਤੀਆਂ ਹੀ ਗਿਣਦਾ ਰਹਿੰਦਾ ਹੈ। ਇੰਨਾ ਇਹਦੇ ਮਨ ਵਿੱਚ ਇਹ ਵਲ ਛਲ ਹੈ, ਇੰਨਾ ਇਹਦੇ ਅੰਦਰ ਪਾਪ ਭਰਿਆ ਪਿਆ ਵੀ ਕਿਹੜਾ ਕੋਈ ਸਮਾਂ, ਕਿਹੋ ਜਿਹਾ ਕੋਈ ਬਹਾਨਾ ਲੱਭਿਆ ਜਾਏ ਅਤੇ ਕਿਸ ਨੂੰ ਖਰੀਦਿਆ ਜਾਏ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ
ਇਸ ਕਿਲੇ ਦੇ ਵਿੱਚ ਹੀ ਖਤਮ ਕਰਾ ਦਿੱਤਾ ਜਾਏ। ਇਹ ਗਿਣਤੀਆਂ ਗਿਣੀ ਜਾਂਦਾ ਹੈ। ਜਮਾਦਾਰ ਕੋ ਲਿਖਿਆ ਬਣਾਏ। ਜਿਹੜਾ ਇੱਕ ਜਮਾਦਾਰ ਹੁੰਦਾ ਹੈ ਕਿਲੇ ਦੇ ਵਿੱਚ, ਉਸ ਦੇ ਪਾਸ ਇਸ ਨੇ ਇੱਕ ਪੱਤਰਕਾ ਜਿਹੜੀ ਆ ਲਿਖ ਕੇ ਪਹੁੰਚਾਉਣੀ ਕੀਤੀ ਆ। ਇੱਕ ਜਿਹੜੀ ਚਿੱਠੀ ਆ, ਉਸ ਚਿੱਠੀ ਵਿੱਚ ਇਹਨੇ ਕੁਝ ਲਿਖਿਆ ਹੈ। ਇਹ ਮਾਮਰੇ ਪਜਾਨੋ ਇਤਿ ਆਏ। ਉਸ ਜਮਾਦਾਰ ਨੂੰ ਜਿਵੇਂ ਦਰੋਗਾ ਹੈ, ਇਹ ਲਿਖਿਆ ਵੀ ਮਾਨੋ ਕਿ ਇਸ ਨੂੰ ਅਸੀਂ ਇੱਥੇ ਲਿਆਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਚਿੱਠੀ ਵਿੱਚ ਲਿਖਦਾ ਹੈ, ਇਹ ਜਮਾਦਾਰ, ਇਹ ਦਰੋਗਾ, ਇਹ ਜਿਹੜੇ ਇੱਥੇ ਸਤਿਗੁਰੂ ਆਏ ਆ ਨਾ, ਇੱਥੋਂ ਤੱਕ ਇਹਨਾਂ ਨੂੰ ਮੈਂ ਹੀ ਪਹੁੰਚਾਇਆ ਹੈ। ਇਹ ਚਿੱਠੀ ਜਿਹੜੀ ਆ ਇਹਨੇ ਗਵਾਲੀਅਰ ਦੇ ਕਿਲੇ ਵਿੱਚ ਭੇਜੀ ਹੈ। ਕਰ ਉਪਾਪ ਮੈਂ ਤੁਝ ਟਿਗ ਭੇਜਾ। ਇਹ ਸਾਰੇ ਉਪਾਪ ਜਿਹੜੇ ਮੈਂ ਹੀ ਕੀਤੇ ਆ, ਜੋ ਕੁਛ ਵੀ ਕੀਤਾ ਇਹ ਸਾਰਾ ਮੈਂ ਕਰਕੇ, ਮਾਨੋ ਕਿ ਬਾਦਸ਼ਾਹ ਦੇ ਕੋਲ ਜਿਵੇਂ ਸਾੜ ਸਤੀ ਦਾ ਬਹਾਨਾ ਬਣਾ ਕੇ ਉਹਨੂੰ ਡਰਾਇਆ ਵੀ ਤੇਰੇ ਉੱਤੇ ਬੁਰਾ ਸਮਾਂ ਆਉਣ ਵਾਲਾ, ਇਹ ਸਾਰਾ ਕੁਝ ਮੈਂ ਹੀ ਕੀਤਾ ਤੇ ਮੈਂ ਹੀ ਤੁਹਾਡੇ ਤੱਕ ਸਤਿਗੁਰੂ ਨੂੰ ਪਹੁੰਚਾਇਆ ਹੈ। ਇਸ ਦੁੱਖ ਤੇ ਮਮ ਪਾਕ ਕਰੇਜਾ। ਮੇਰਾ ਜਿਹੜਾ ਅੰਦਰੋਂ ਜਿਹੜਾ ਕਲੇਜਾ ਸੀ ਨਾ, ਮਨ ਨੂੰ ਪੱਕ ਗਿਆ ਹੈ। ਬੜਾ ਮੈਨੂੰ ਦੁੱਖ ਹੈ ਜਦੋਂ ਮੈਂ ਦੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਦੇ ਨਾਲ ਵਿਚਰਦੇ ਆ। ਮੇਰਾ ਦੁੱਖ ਤੇ ਜਿਹੜਾ ਸੀ ਸਗੋਂ ਪੱਕਾ ਹੋ ਗਿਆ ਸੀ। ਨਹੀਂ ਦੁਰਗਤ ਨਿਕਸਨ ਪਾਵੇ। ਹੁਣ ਮੈਂ ਕਿਲੇ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਹਰ ਨਹੀਂ ਆਉਣ ਦੇਵਾਂਗਾ। ਚੰਦੂ ਨੇ ਉਸ ਚਿੱਠੀ ਵਿੱਚ ਦਰੋਗੇ ਨੂੰ ਲਿਖਿਆ ਕਿ ਬੇਸ਼ੱਕ ਇਹ ਮੇਰਾ ਦੁੱਖ ਤੇ ਵੱਧਦਾ ਜਾਂਦਾ ਸੀ, ਪਰ ਮੈਂ ਹੁਣ ਕਿਲੇ ਵਿੱਚ ਲੈ ਜਾਂਦਾ। ਹੁਣ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਉਂਦੇ ਜੀ ਕਿਲੇ ਦੇ ਵਿੱਚੋਂ ਬਾਹਰ ਨਹੀਂ ਆਉਣ ਦੇਵਾਂਗਾ। ਜਮ ਕੀਜੈ ਜਮ ਜਮ ਕਰ ਜਾਵੇ। ਇਹੋ ਜਿਹਾ ਕੰਮ ਕਰ ਦਿਆਂਗਾ, ਇਸ ਮਾਤ ਲੋਕ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਵਾ ਦਿਆਂਗਾ। ਇਸ ਪਾਪੀ ਨੇ ਇਸ ਚਿੱਠੀ ਵਿੱਚ ਲਿਖ ਕੇ ਗਵਾਲੀਅਰ ਦੇ ਕਿਲੇ ਵੱਲ ਨੂੰ ਭੇਜਦਾ ਹੈ। ਸੋ ਪਾਉ ਮੈਂ ਕਹੋ ਬਣਾਈ। ਹੁਣ ਉਸ ਜਮਾਦਾਰ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਆ। ਜਿਵੇਂ ਮੈਂ ਤੈਨੂੰ ਕਹਿੰਦਾ ਹਾਂ ਉਸੇ ਤਰ੍ਹਾਂ ਤੈਨੂੰ ਉਪਾਅ ਕਰਨਾ ਪਵੇਗਾ। ਉਸੇ ਤਰ੍ਹਾਂ ਸਾਡੀ ਆਪਸ ਵਿੱਚ ਬਣੇਗੀ ਜਿਵੇਂ ਮੈਂ ਤੈਨੂੰ ਸਲਾਹ ਦਿੰਦਾ ਹਾਂ। ਕੋਸ਼ਿਸ਼ ਸਭ ਦੇਹ ਜ਼ਹਿਰ ਲਗਾਈ। ਹੇ ਦਰੋਗੇ ਹਰੀਦਾਸ, ਜਿਹੜਾ ਚੋਲਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਹਿਨਣਾ ਹੈ, ਜਿਹੜੀ ਪੁਸ਼ਾਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਹਿਨਣੀ ਹੈ, ਤੇ ਉਸ ਪੁਸ਼ਾਕ ਨੂੰ ਜ਼ਹਿਰ ਲਗਾਇਆ ਜਾਏ। ਇਹ ਪੁਸ਼ਾਕ ਜਿਹੜੀ ਆ ਇਹ ਮੈਂ ਹੀ ਆਪਣੇ ਵੱਲੋਂ ਭੇਜਦਾ ਹਾਂ। ਚੰਦੂ ਨੇ ਉਹ ਚੋਲਾ, ਉਹ ਚੋਗਾ ਜਿਹਨੂੰ ਆਪਾਂ ਪੁਸ਼ਾਕ ਵੀ ਕਹਿੰਦੇ ਆ, ਇਹ ਦਰੋਗੇ ਦੇ ਪਾਸ ਭੇਜੀ ਹੈ। ਹਤ ਤੀਸ਼ਣ ਜਿਸ ਤੇ ਤਤਕਾਲ। ਕਵੀ ਸਾਹਿਬ ਜੀ ਲਿਖਦੇ ਆ, ਉਹਨੂੰ ਇਹੋ ਜਿਹੀ ਜ਼ਹਿਰ ਦੀ ਪੁੱਠ ਦਿੱਤੀ ਆ, ਬਹੁਤ ਤਿੱਖਾ ਤੇਜ਼ ਜ਼ਹਿਰ, ਜਿਹੜਾ ਸਰੀਰ ਦੇ ਨਾਲ ਕੱਪੜਾ ਛੋ ਜਾਏ ਉਸੇ ਵੇਲੇ ਤਨ ਉੱਤੇ ਉਹਦਾ ਅਸਰ ਹੋ ਜਾਂਦਾ ਹੈ। ਇੰਨਾ ਖਤਰਨਾਕ ਜ਼ਹਿਰ ਉਸ ਚੋੜੇ ਨੂੰ ਲਾਇਆ ਹੋਇਆ, ਜਿਹੜਾ ਇਸ ਨੇ ਦਰੋਗੇ ਦੇ ਪਾਸ ਭੇਜਿਆ ਹੈ। ਤਜਹ ਪ੍ਰਾਨ ਪਹਿਰਤ ਬਿਕਰਾਲ। ਤੇ ਉਸ ਚਿੱਠੀ ਵਿੱਚ ਲਿਖਿਆ ਹੈ ਕਿ ਹੇ ਦਰੋਗੇ, ਆ ਜਦੋਂ ਵੀ ਚੋਲਾ ਸਤਿਗੁਰੂ ਜੀ ਪਹਿਨਣਗੇ ਸਾਰੇ ਸਰੀਰ ਉੱਤੇ ਜ਼ਹਿਰ ਦਾ ਅਸਰ ਹੋ ਜਾਏਗਾ। ਉਹਨਾਂ ਦੇ ਸਾਰੇ ਤਨ ਉੱਤੇ ਇਹ ਜਿਹੜਾ ਜ਼ਹਿਰ ਆ ਉਹਨਾਂ ਦੇ ਰੋਮ ਰੋਮ ਵਿੱਚ ਰਮ ਜਾਏਗਾ। ਤਨ ਦੇ ਰਾਹੀਂ ਉਹਨਾਂ ਦੇ ਸਰੀਰ ਦੇ ਅੰਦਰ ਪ੍ਰਵੇਸ਼ ਉਸੇ ਵੇਲੇ ਹੀ ਕਰ ਜਾਵੇਗਾ। ਨਿਜ ਨਰਿਆਚ ਕੀਨ ਪਠਾਵਨ। ਤੇ ਇਹ ਬਹੁਤ ਭਿਆਨਕ ਇਹਦਾ ਅਸਰ ਹੋਵੇਗਾ।
ਉਸੇ ਵੇਲੇ ਹੀ ਸਤਿਗੁਰਾਂ ਤੇ ਇਸ ਜ਼ਹਿਰ ਦਾ ਅਸਰ ਹੋ ਜਾਏਗਾ। ਤੇ ਇਹ ਚਿੱਠੀ ਇਹਨੇ ਲਿਖੀ ਆ, ਇਹਨੇ ਆਪਣਾ ਖਾਸ, ਜਿਹਨੂੰ ਵਿਸ਼ਵਾਸ ਪਾਤਰ ਕਿਹਾ ਜਾਂਦਾ ਹੈ, ਕਿਉਂਕਿ ਮਾੜੇ ਕਰਮ ਕਰਨ ਵਾਸਤੇ ਕੁਝ ਬੰਦੇ ਲਾਲਚੀ ਬਣ ਜਾਂਦੇ ਹੈ। ਜਿਹੜਾ ਇੱਕ ਇਹਦਾ ਖਾਸ ਬੰਦਾ ਹੈ ਚੰਦੂ ਦਾ, ਇਹਨੇ ਆਪਣੇ ਪਾਸ ਬੁਲਾਇਆ ਹੈ। ਇਹ ਬਣਵਾਵੇ ਹਿਤ ਪਹਿਰਾਵਨ, ਤੇ ਉਹ ਚਿੱਠੀ ਉਹਨੂੰ ਦਿੱਤੀ ਹੈ ਤੇ ਆਖਿਆ ਵੀ ਆਹ ਜਿਹੜਾ ਚੋਲਾ ਹੈ, ਤੇ ਉਸ ਚਿੱਠੀ 'ਤੇ ਸਾਰਾ ਕੁਝ ਲਿਖ ਕੇ ਉਸ ਬੰਦੇ ਨੂੰ ਸਾਰਾ ਕੁਝ ਚੰਦੂ ਨੇ ਸਮਝਾ ਵੀ ਦਿੱਤਾ ਹੈ। ਤੁਮ ਨਿਜ ਕਰ ਲੈ ਕੀ ਟਿਕ ਜਾਵੋ, ਇਹ ਤੁਸੀਂ ਆਪਣੇ ਕੋਲ ਬੜੇ ਢੰਗ ਦੇ ਨਾਲ ਕਿਸੇ ਹੋਰ ਨੂੰ ਨਹੀਂ ਦਿਖਾਉਣਾ, ਨਾ ਹੀ ਕਿਸੇ ਨੂੰ ਫੜਾਉਣਾ ਹੈ। ਬੜੇ ਢੰਗ ਦੇ ਨਾਲ ਇਹ ਸਿੱਧਾ ਤੁਸੀਂ ਆਪ ਲੈ ਕੇ ਜਾਣਾ ਹੈ। ਪੋਛਛ ਪਠੀ ਬਾਦਸ਼ਾਹ ਬਤਰਾਵੋ, ਤੇ ਇਸੇ ਤਰ੍ਹਾਂ ਜਾ ਕੇ ਇਹ ਦੱਸਣਾ ਹੈ ਵੀ ਇਹ ਬਾਦਸ਼ਾਹ ਨੇ ਭੇਜਿਆ ਹੈ ਚੋਲਾ, ਇਹ ਸਰਕਾਰ ਵੱਲੋਂ ਆਇਆ ਹੈ। ਬੜੀ ਚਲਾਕੀ ਦੇ ਨਾਲ ਸਰਕਾਰੀ ਹੀ ਕਰਮਚਾਰੀ ਬਣ ਕੇ ਤੂੰ ਜਾਣਾ ਹੈ। ਕਹੋ ਕਪਟ ਕੇ ਮਾਧੁਰ ਬੈਣ, ਜਿਹੜੇ ਵਾਲ ਛਲ ਕਪਟ ਕਰਨ ਵਾਲੇ, ਜਿੱਥੇ ਮਿੱਠਾ ਬੋਲਣ ਵਾਸਤੇ ਸਤਿਗੁਰਾਂ ਦੀ ਬਾਣੀ ਨੇ ਸਾਨੂੰ ਤਾਕੀਦ ਕੀਤੀ ਹੈ, ਉੱਥੇ ਕਈ ਵਾਰੀ ਕੁਝ ਉਹ ਬੰਦੇ ਹੁੰਦੇ ਆ ਜਿਹੜੇ ਬਹੁਤਾ ਮਿੱਠਾ ਬੋਲ ਕੇ ਤੇ ਸੰਸਾਰ ਦੇ ਜੀਵਾਂ ਨੂੰ ਵਾਲ ਛਲ ਵੀ ਜਾਂਦੇ ਆ। ਕਈ ਵਾਰੀ ਆਪਾਂ ਕਹਿ ਦਿੰਦੇ ਫਲਾਣਾ ਬੰਦਾ ਵੀ ਭਾਵੇਂ ਕੌੜਾ ਬੋਲਦਾ ਪਰ ਦਿਲ ਦਾ ਸੱਚਾ ਹੈ, ਲੋਕ ਉਹਦਾ ਸਤਿਕਾਰ ਵੀ ਕਰਦੇ ਕਿਉਂਕਿ ਸੱਚੀ ਗੱਲ ਮੂੰਹ 'ਤੇ ਕਹਿੰਦਾ ਹੈ। ਕੁਝ ਐਸੇ ਬੰਦੇ ਹੁੰਦੇ ਨੇ ਜਿਹੜੇ ਛਲ ਕਰਨ ਵਾਲੇ, ਕਪਟੀ ਹੁੰਦੇ ਆ, ਮੂੰਹ 'ਤੇ ਬੜਾ ਮਿੱਠਾ ਬੋਲਦੇ ਆ ਪਰ ਛੁਰੀ ਇਹੋ ਜਿਹੀ ਮਾਰਦੇ ਆ ਕਿ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਆ। ਹੁਣ ਇਸੇ ਤਰ੍ਹਾਂ ਚੰਦੂ ਨੇ ਆਖਿਆ ਕਿ ਤੂੰ ਵਾਲ ਛਲ ਵਾਲੀਆਂ ਹੀ ਗੱਲਾਂ ਕਰਨੀਆਂ ਨੇ, ਕਿਉਂਕਿ ਜਿਹੋ ਜਿਹਾ ਆਪ ਉਹੋ ਜਿਹੇ ਬੰਦੇ ਜਿਨ੍ਹਾਂ ਨੂੰ ਖਰੀਦਦਾ। ਤੇ ਇਸੇ ਤਰ੍ਹਾਂ ਜਾ ਕੇ ਦਰੋਗੇ ਨੂੰ ਵੀ ਕਹਿਣਾ, ਇਹ ਚੋਲਾ ਪਹਿਨਾਉਣ ਤੋਂ ਪਹਿਲਾਂ ਤੁਸੀਂ ਵੀ ਸਤਿਗੁਰਾਂ ਦੇ ਨਾਲ ਇਸੇ ਤਰ੍ਹਾਂ ਦੇ ਮਿੱਠੇ ਮਿੱਠੇ ਬਚਨ ਕਰਕੇ ਆਪਣੀਆਂ ਗੱਲਾਂ ਵਿੱਚ ਲਿਆਉਣਾ ਹੈ। ਪਹਿਰਾਵੋ ਤਨ ਹੀਰਤ ਨੈਣ, ਤੇ ਆਪ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਚੋਲਾ ਰੱਖ ਕੇ ਨਹੀਂ ਆ ਜਾਣਾ। ਤੁਹਾਡੀਆਂ ਅੱਖਾਂ ਦੇ ਸਾਹਮਣੇ ਵੇਂਦਿਆਂ ਵੇਂਦਿਆਂ ਸਤਿਗੁਰੂ ਜੀ ਇਸ ਚੋਲੇ ਨੂੰ ਆਪਣੇ ਤਨ ਉੱਤੇ ਪਾ ਲੈਣ। ਇੰਨੀਆਂ ਮਿੱਠੀਆਂ ਉਹਨਾਂ ਦੇ ਨਾਲ ਗੱਲਾਂ ਕਰਨੀਆਂ ਨੇ, ਆਪਣੀਆਂ ਗੱਲਾਂ ਵਿੱਚ ਲਿਆ ਕੇ ਤੋਲਾ ਤਨ ਉੱਤੇ ਪਵਾ ਕੇ ਫੇਰ ਹੀ ਤੁਸੀਂ ਪਾਸੇ ਹੋਣਾ ਹੈ। ਜਬ ਮਮ ਰਿਪ ਜਮ ਧਾਮ ਪਹੁੰਚੈ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਸੰਸਾਰ ਤੋਂ ਚਲੇ ਜਾਣਗੇ, ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਇਹ ਪਾਪੀ ਬੰਦਾ ਕਿੰਨੀਆਂ ਆਪਣੇ ਮਨ ਵਿੱਚ ਪਾਪ ਕਰਨ ਵਾਸਤੇ ਗਿਣਤੀਆਂ ਗਿਣਦਾ ਹੈ। ਕਹਿੰਦਾ ਜਦੋਂ ਗੁਰੂ ਸਾਹਿਬ ਜੀ ਇਹ ਚੋਲਾ ਪਾ ਲੈਣਗੇ, ਫਿਰ ਕੁਦਰਤੀ ਗੱਲ ਆ, ਜ਼ਹਿਰ ਦੀ ਪੁੱਠ ਦਿੱਤੀ ਆ, ਤੇ ਫਿਰ ਉਹਨਾਂ ਦੇ ਸਰੀਰ ਉੱਤੇ ਉਸੇ ਵੇਲੇ ਅਸਰ ਹੋ ਜਾਣਾ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸੰਸਾਰ ਤੋਂ ਚਲੇ ਗਏ, ਤੇ ਵੇਖ ਦਰੋਗਿਆ, ਮੈਂ ਤੇਰਾ ਅਹੁਦਾ ਹੋਰ ਵੀ ਵੱਡਾ ਕਰ ਦਿਆਂਗਾ, ਮੈਂ ਤੇਰੀ ਪਦਵੀ ਹੋਰ ਵੀ ਉੱਚੀ ਕਰ ਦਿਆਂਗਾ। ਬਾਦਸ਼ਾਹ ਨੂੰ ਕਹਿ ਕੇ ਮੈਂ ਹੋਰ ਤੈਨੂੰ ਉੱਚੀ ਥਾਂ 'ਤੇ ਵੱਡਾ ਅਫਸਰ ਬਣਾ ਦੇਵਾਂਗਾ। ਤੋਹੈ ਮਰਾਤਬ ਕਰਹੁ ਉੱਚੇ, ਉੱਚਾ ਬਣਾ ਦਿਆਂਗਾ, ਜਿੰਨੀ ਵੀ ਆਖੇਂਗਾ ਤੇਰੀ ਤਰੱਕੀ ਕਰਵਾ ਦੇਵਾਂਗਾ। ਬਾਦਸ਼ਾਹ ਨਿਕਟ ਤੇ ਮਾਣ ਕਰਾਵਾਂ, ਬਾਦਸ਼ਾਹ ਨੂੰ ਕਹਿ ਕੇ ਤੈਨੂੰ ਵੱਡਾ ਮਾਣ ਦਿਵਾਵਾਂਗਾ। ਕਿਉਂਕਿ ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਇਹ ਵਰਤਾਰਾ ਵਰਤਦਾ ਹੈ। ਬੇਈਮਾਨ ਲੋਕ ਸਾਡੇ ਸਮਾਜ ਵਿੱਚ ਇਸੇ ਤਰ੍ਹਾਂ ਵਲ ਛਲ ਕਰਦੇ ਆ, ਧੋਖੇ ਕਰਦੇ ਆ, ਠੱਗੀਆਂ ਕਰਦੇ ਆ। ਤੋ ਚੰਦੂ ਨੇ ਆਖਿਆ ਦਰੋਗੇ ਨੂੰ ਜਾ ਕੇ ਕਹਿਣਾ ਹੈ ਵੀ ਇਸੇ ਤਰ੍ਹਾਂ ਜਦੋਂ ਇਹ ਕਾਰਜ ਹੋ ਜਾਏਗਾ
ਤੇਰਾ ਅਹੁਦਾ ਵੱਡਾ ਹੋਰ ਵੀ ਹੋ ਜਾਏਗਾ ਤੇ ਬਾਦਸ਼ਾਹ ਦੇ ਕੋਲੋਂ ਬੜਾ ਮਾਣ ਮਿਲੇਗਾ। ਹੇਤ ਗੁਜ਼ਾਰੇ ਗਰਮ ਦਵਾਵਾਂ। ਇੱਥੇ ਹੀ ਬਸ ਨਹੀਂ, ਮੈਂ ਤੈਨੂੰ ਕੱਲਾ ਅਫਸਰ ਹੀ ਨਹੀਂ, ਜਿਹੜੇ ਪਿੰਡਾਂ ਦੇ ਪਿੰਡ ਆ ਬਾਦਸ਼ਾਹ ਨੂੰ ਕਹਿ ਕੇ ਪੂਰੇ ਸਾਰੇ ਪਿੰਡਾਂ 'ਚ ਤੇਰੀ ਚੌਧਰ ਬਣਾ ਦਿਆਂਗਾ। ਕਈ ਪਿੰਡ ਬਾਦਸ਼ਾਹ ਨੂੰ ਕਹਿ ਕੇ ਤੇਰੇ ਨਾਂ ਉੱਤੇ ਲਿਖਵਾ ਦਿਆਂਗਾ। ਇੰਨਾ ਧਨ, ਇੰਨੀ ਜਗੀਰ ਜਾਇਦਾਦ ਹੇ ਦਰੋਗੇ ਹਰੀਦਾਸ ਤੈਨੂੰ ਦੇ ਦਿੱਤੀ ਜਾਏਗੀ। 5000 ਦਰਬ ਮੈਂ ਦੇਹੋ। 5000 ਰੁਪਈਆ ਉਹਨਾਂ ਸਮਿਆਂ ਦਾ ਕਿੰਨੀ ਵੱਡੀ ਰਕਮ ਆ। ਇਹ ਰਕਮ ਦੇ ਕੇ ਵੀ ਖਰੀਦਣਾ ਚਾਹਿਆ, ਹੋਰ ਵੀ ਲਾਰਾ ਲਾਇਆ, ਵੱਡਾ ਅਹੁਦਾ ਦੇ ਦਿਆਂਗੇ, ਕਈ ਪਿੰਡਾਂ ਦੇ ਪਿੰਡ ਤੁਹਾਡੇ ਨਾਮ 'ਤੇ ਲਗਵਾ ਦਿਆਂਗੇ ਬਾਦਸ਼ਾਹ ਨੂੰ ਕਹਿ ਕੇ। ਅਤੇ 5000 ਰੁਪਈਆ ਜਿਹੜਾ ਧਨ ਆ, ਜਦੋਂ ਤੂੰ ਇਹ ਕੰਮ ਕਰ ਦੇਂਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਵਾਰੀ ਇਹ ਪੁਸ਼ਾਕ, ਇਹ ਚੋਲਾ ਪਵਾ ਦੇਵੇਂਗਾ, ਬਸ ਪਾਉਣ ਦੀ ਅੱਖਾਂ ਦੇ ਸਾਹਮਣੇ ਪਵਾਉਣਾ, ਐਵੇਂ ਕਹਿ ਕੁਹਾ ਕੇ ਰੱਖ ਕੇ ਨਹੀਂ ਆਉਣਾ। ਜਦੋਂ ਇਹ ਪਵਾ ਦਿੱਤਾ ਗਿਆ, ਬਸ ਉਸੇ ਵੇਲੇ ਸਤਿਗੁਰਾਂ ਦੇ ਸਰੀਰ ਉੱਤੇ ਇਹਨੇ ਅਸਰ ਕਰ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਨੂੰ ਬਰਾਜ ਹੋ ਜਾਣਾ। ਚੰਦੂ ਕਹਿੰਦਾ ਹੈ, ਦਰੋਗੇ ਨੂੰ ਜਾ ਕੇ ਦੱਸੀ, ਤੇਰਾ ਅਹੁਦਾ ਵੱਡਾ ਕਰ ਦਿਆਂਗੇ, ਤਰੱਕੀਆਂ ਦਵਾ ਦਿਆਂਗੇ, ਕਈ ਪਿੰਡਾਂ ਦੇ ਪਿੰਡ ਬਾਦਸ਼ਾਹ ਨੂੰ ਕਹਿ ਕੇ ਤੇਰੇ ਨਾਮ ਉੱਤੇ ਜਗੀਰਾਂ ਲਵਾ ਦੇਵਾਂਗੇ। ਆਪਣਾ ਸਖਾ ਪਿਆਰੋ ਕਰਵਹੁ। ਮੈਂ ਤੈਨੂੰ ਆਪਣਾ ਪਿਆਰਾ ਮਿੱਤਰ ਬਣਾ ਲਵਾਂਗਾ, ਤੂੰ ਮੇਰਾ ਖਾਸ ਦੋਸਤ ਹੋਵੇਗਾ, ਮੈਂ ਬਹੁਤ ਹੀ ਤੇਰੇ ਨਾਲ ਪਿਆਰ ਕਰਾਂਗਾ, ਬੜਾ ਤੂੰ ਮੇਰਾ ਖਾਸ ਜਿਹੜਾ ਉਹ ਤੂੰ ਸੱਜਣ ਬਣ ਜਾਵੇਂਗਾ। ਮੈਂ ਲਿਖ ਕਰ ਆਛੋ ਨਰ ਭੇਜਾ। ਇਸ ਢੰਗ ਦੇ ਨਾਲ ਕਵੀ ਸਾਹਿਬ ਜੀ ਲਿਖਦੇ ਆ ਵੀ ਚੰਦੂ ਨੇ ਇਹ ਚਿੱਠੀ ਲਿਖੀ ਆ, ਇਹ ਪੱਤਰਕਾ ਲਿਖੀ ਆ, ਇਹਨੇ ਖਾਸ ਇੱਕ ਮਨੁੱਖ ਦੇਖਿਆ, ਉਹਦੇ ਹੱਥ ਇਹਨੇ ਇਹ ਚਿੱਠੀ ਜਿਹੜੀ ਆ ਫਿਰ ਭੇਜ ਦਿੱਤੀ ਹੈ। ਕਹਿਓ ਕਿ ਦਰਬ ਸੰਗ ਗਣ ਲੈ ਜਾ। ਤੇ ਉਹ ਜਿਹੜੀ ਖਾਸ ਚਿੱਠੀ ਆ, ਉਸ ਨੂੰ ਦੁਰਗਾਪਤੀ ਜਿਹੜਾ ਉਸ ਕਿਲੇ ਦਾ ਦਰੋਗਾ ਹੈ, ਉਹਦੇ ਕੋਲ ਇਸ ਖਤ ਨੂੰ ਪਹੁੰਚਾ ਦਿੱਤਾ ਹੈ। ਪਠਿਆ ਪਾਤਕੀ ਕੋ ਨਰ ਗਇਓ। ਉਹ ਜਿਹੜਾ ਮਨੁੱਖ ਸੀ ਚਿੱਠੀ ਲੈ ਕੇ ਤੇ ਦਰੋਗੇ ਦੇ ਪਾਸ ਚਲੇ ਜਾਂਦਾ ਹੈ। ਦੇਖ ਦੁਰਗਪਤ ਕੋ ਖਤ ਦਇਓ। ਉਹ ਖਤ ਉਹਨੇ ਕਿਸੇ ਹੋਰ ਨੂੰ ਨਹੀਂ ਪਕੜਾਇਆ, ਹੋਰ ਸਾਰੇ ਮਨੁੱਖਾਂ ਤੋਂ ਉਹਨੇ ਪਾਸਾ ਵਟਿਆ। ਜਿਵੇਂ ਚੰਦੂ ਨੇ ਕਿਹਾ ਸੀ ਉਹਦੇ ਮੁਤਾਬਕ ਸਿੱਧਾ ਦਰੋਗੇ ਦੇ ਪਾਸ ਹੀ ਗਿਆ ਹੈ। ਪਾਠ ਕਰ ਜਾਣਿਓ ਅਖਿਲ ਹਵਾਲ। ਉਸ ਚਿੱਠੀ ਨੂੰ ਦਰੋਗੇ ਨੇ ਪੜ੍ਹਿਆ ਤੇ ਪੜ੍ਹ ਕੇ ਚੰਗੀ ਤਰ੍ਹਾਂ ਸਾਰੇ ਜਿਹੜੇ ਹਾਲਾਤ ਸਨ ਮੌਕੇ ਦੇ, ਚਿੱਠੀ ਦੇ ਮੁਤਾਬਕ ਉਸ ਹਾਲਾਤਾਂ ਨੂੰ ਦੋਗੇ ਨੇ ਵਿਚਾਰਿਆ ਹੈ। ਸਤਿਗੁਰ ਟਿਗ ਪਹੁੰਚਿਓ ਤਤਕਾਲ। ਇਹ ਦਰੋਗਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮੀ ਆ। ਗੁਰੂ ਸਾਹਿਬ ਜੀ ਦੇ ਨਾਲ ਬੜਾ ਪ੍ਰੇਮ ਕਰਦਾ, ਬਹੁਤ ਸ਼ਰਧਾ ਹੈ ਇਹਦੇ ਅੰਦਰ, ਸਤਿਗੁਰਾਂ ਦੇ ਪ੍ਰਤੀ ਬੜਾ ਹੀ ਪ੍ਰੇਮ ਆ। ਜਦੋਂ ਇਹਨੇ ਇਸ ਚਿੱਠੀ ਨੂੰ ਪੜ੍ਹਿਆ, ਇਹਦੇ ਵਿੱਚ ਲਿਖਿਆ ਵੀ ਆ ਅਸੀਂ ਚੋਲਾ ਭੇਜਿਆ, ਜ਼ਹਿਰ ਦੀ ਪੋਠੇ ਨੂੰ ਲਾਈ, ਬੜਾ ਖਤਰਨਾਕ, ਪਹਿਨਦਿਆਂ ਸਾਰੇ ਸਤਿਗੁਰਾਂ ਦੀ ਮੌਤ ਹੋ ਜਾਏਗੀ। ਇਹਦੇ ਮਨ ਨੂੰ ਬੜਾ ਦੁੱਖ ਹੋਇਆ, ਖਲੋਤਾ ਨਹੀਂ, ਚਿੱਠੀ ਲੈ ਕੇ। ਦੂਸਰੀ ਗੱਲ ਇਹ ਆ, ਜਿਵੇਂ ਕਵੀ ਸਾਹਿਬ ਜੀ ਲਿਖਦੇ ਆ ਵੀ ਇਹਦੀ ਪਹੁੰਚ ਜ਼ਿਆਦਾ ਹੈ ਚੰਦੂ ਦੀ, ਕਿਉਂਕਿ ਦੀਵਾਨ ਹੈ। ਹੁਣ ਵੱਡੇ ਅਫਸਰ ਦਾ ਕੋਈ ਹੁਕਮ ਆ ਜਾਏ ਤੇ ਫਿਰ ਜਿਹੜਾ ਜੂਨੀਅਰ ਆ ਉਹਦੇ ਵਾਸਤੇ ਬੜੀ ਮੁਸ਼ਕਲ ਬਣ ਜਾਂਦੀ, ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਕਿਉਂਕਿ ਸੀਨੀਅਰ ਦਾ ਉਹ ਕੀਤਾ ਹੋਇਆ ਹੁਕਮ ਜਿਹੜਾ ਉਹਦੇ ਵਾਸਤੇ ਮੋੜਨਾ ਬੜਾ ਔਖਾ ਹੋ ਜਾਂਦਾ ਹੈ। ਬੜੀ ਵੱਡੀ ਮੁਸੀਬਤ ਬਣੀ, ਪਰ ਇਹ ਸਤਿਗੁਰਾਂ ਦਾ ਪ੍ਰੇਮੀ ਆ, ਖਲੋਤਾ ਨਹੀਂ। ਚਿੱਠੀ ਲੈਂਦਿਆਂ ਸਾਰ ਜਦੋਂ ਪੜ੍ਹਿਆ, ਉਹਨੂੰ ਵਿਚਾਰਿਆ,
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦਾ ਹੈ। ਤੁਝ ਕੋ ਪਠਿਆ ਸ਼ਾਹ ਸਥਾਨੇ। ਉਹਨੇ ਆਖਿਆ ਸੱਚੇ ਪਾਤਸ਼ਾਹ ਦਰੋਗੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ, ਸੇ ਸੱਚੇ ਪਾਤਸ਼ਾਹ ਤੁਹਾਨੂੰ ਤੇ ਇਸ ਥਾਂ ਤੇ ਬਾਦਸ਼ਾਹ ਨੇ ਹੀ ਭੇਜਿਆ ਹੈ। ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਹ ਜਿਹੜਾ ਗਵਾਲੀਅਰ ਦਾ ਕਿਲਾ ਹੈ, ਸਭ ਪ੍ਰੇਮ ਇਹ ਚੰਦੂ ਠਾਨੇ। ਜੋ ਕੁਝ ਵੀ ਹੋਇਆ ਇਹਦਾ ਫਰੇਬ ਚੰਦੂ ਨੇ ਕੀਤਾ। ਜੋ ਕੁਝ ਵੀ ਵਲਛਲ ਕੀਤਾ ਹੈ, ਬਾਦਸ਼ਾਹ ਦੇ ਸਿਰ ਤੇ ਜੋ ਵੀ ਸਾੜ ਸਤੀ ਲਿਆਂਦੀ ਹੈ, ਇਹ ਸਾਰਾ ਕੁਝ ਦੁਸ਼ਟ ਚੰਦੂ ਨੇ ਕੀਤਾ ਹੈ। ਇੱਥੋਂ ਤੱਕ ਤੁਹਾਨੂੰ ਪਹੁੰਚਾਉਣ ਵਾਸਤੇ ਚੰਦੂ ਨੇ ਸਾਰਾ ਜ਼ੋਰ ਲਾਇਆ ਹੈ। ਲੋਕਣ ਕੋ ਤਨ ਦੇ ਸਿਖਲਾਇਓ। ਹੇ ਸੱਚੇ ਪਾਤਸ਼ਾਹ ਇੱਥੇ ਹੀ ਬਸ ਨਹੀਂ, ਹੁਣ ਉਹਨੇ ਆਪਣੇ ਖਾਸ ਇੱਕ ਬੰਦੇ ਨੂੰ ਭੇਜਿਆ ਮੇਰੇ ਪਾਸ, ਤੇ ਪਤਾ ਨਹੀਂ ਉਹਨੂੰ ਕਿੰਨਾ ਧਨ ਇਹਨੇ ਦੇਣਾ ਕੀਤਾ। ਮੈਨੂੰ ਵੀ ਕਹੀ ਜਾਂਦਾ ਤੁਹਾਨੂੰ ਇੰਨਾ ਧਨ ਦੇ ਦਿਆਂਗੇ। ਉਹ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। ਹਤਿਆ ਚਹਿਤ ਇਸ ਦੁਰਗ ਪਠਾਇਓ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਹਤਿਆ ਦਾ ਅਰਥ ਹੁੰਦਾ ਮਾਰ ਦੇਣਾ। ਮਹਾਰਾਜ ਉਹ ਤੁਹਾਨੂੰ ਮਾਰਨ ਵਾਸਤੇ ਉਹਨੇ ਆਪਣਾ ਇੱਕ ਬੰਦਾ ਭੇਜਿਆ ਹੈ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਚੰਦੂ ਨੇ ਇੱਕ ਬੰਦਾ ਮੇਰੇ ਪਾਸ ਭੇਜਿਆ ਹੈ, ਤੇ ਚਾਹੁੰਦਾ ਕੀ ਆ, ਸਤਿਗੁਰਾਂ ਨੂੰ ਇਸ ਕਿਲੇ ਦੇ ਵਿੱਚ ਹੀ ਮਾਰ ਦਿੱਤਾ ਜਾਏ, ਕਿਲੇ ਦੇ ਵਿੱਚੋਂ ਬਾਹਰ ਨਾ ਆਉਣ ਦਿੱਤਾ ਜਾਏ। ਅਪਰਨ ਬਰਨੀ ਕਰਨੀ ਕੋਈ। ਮਹਾਰਾਜ ਹੋਰ ਗੱਲ ਕੋਈ ਨਹੀਂ ਜੇ, ਬਾਦਸ਼ਾਹ ਨੂੰ ਕੁਝ ਨਹੀਂ ਹੋਇਆ, ਕੋਈ ਉਹਦੇ ਸਿਰ ਤੇ ਸਾੜ ਸਤੀ ਨਹੀਂ ਆਈ। ਇਹ ਸਾਰੇ ਜਿਹੜੇ ਪਖੰਡ ਕਰਵਾਏ ਆ ਇਹ ਚੰਦੂ ਨੇ ਕਰਵਾਏ ਆ, ਹੋਰ ਬਰਨੀ ਕਰਨੀ ਕੋਈ ਵੀ ਨਹੀਂ ਹੈ। ਇਹ ਪਰਪੰਚ ਸਭ ਤਿਸਤੇ ਹੋਏ। ਮਹਾਰਾਜ ਇਹ ਜਿਹੜਾ ਪਰਪੰਚ ਕੀਤਾ ਹੈ ਇਹ ਸਾਰਾ ਉਸ ਚੰਦੂ ਨੇ ਹੀ ਕੀਤਾ ਹੈ। ਅਬ ਮੁਝ ਕੋ ਲਿਖ ਭੇਜਿਓ ਤੈਸੇ। ਦਰੋਗਾ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਤੇ ਉਹਨੇ ਪੱਤਰ ਲਿਖ ਕੇ ਵੀ ਭੇਜ ਦਿੱਤਾ ਹੈ, ਔਰ ਖੁਦ ਮੇਰੇ ਪਾਸ ਉਹਨੇ ਬੰਦਾ ਭੇਜਿਆ ਹੈ। ਮੈਂ ਤਿਸ ਕੀ ਕਹੀ ਨ ਮਾਨੋ ਕੈਸੇ। ਹੁਣ ਮਹਾਰਾਜ ਮੇਰੇ ਵਾਸਤੇ ਇੱਕ ਮੁਸੀਬਤ ਬਣ ਗਈ ਆ, ਮੇਰੇ ਵਾਸਤੇ ਵੀ ਔਖੀ ਘੜੀ ਬਣ ਗਈ ਆ, ਕਿਉਂਕਿ ਉਹ ਸੀਨੀਅਰ ਅਫਸਰ ਆ ਤੇ ਮੈਂ ਜੂਨੀਅਰ ਆ। ਬੇਸ਼ੱਕ ਜੇਲ੍ਹ ਸੁਪਰਡੈਂਟ ਆ, ਪਰ ਮੇਰੇ ਨਾਲੋਂ ਉਹਦੀ ਬਾਦਸ਼ਾਹ ਦੀ ਨੇੜਤਾ ਉਹਦੀ ਜ਼ਿਆਦਾ ਹੈ। ਹੁਣ ਮੇਰੇ ਵਾਸਤੇ ਸਮੱਸਿਆ ਬਣ ਗਈ, ਤੇ ਜਿਉਂ ਉਹਨੇ ਮੈਨੂੰ ਹੁਕਮ ਲਾਇਆ ਉਹਨੂੰ ਮੈਂ ਮੋੜਨਾ ਮੇਰੇ ਵਾਸਤੇ ਬੜਾ ਔਖੀ ਗੱਲ ਬਣ ਗਈ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਦੱਸੋ ਮਹਾਰਾਜ ਇਹਦਾ ਹੱਲ ਕਿਵੇਂ ਕੀਤਾ ਜਾਏ। ਸਭ ਪੜ ਕਰ ਸਤਿਗੁਰ ਨ ਸੁਨਾਇਓ। ਉਸ ਗੁਰਮੁਖ ਪਿਆਰੇ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਚਿੱਠੀ ਨੂੰ ਪੜ੍ਹਿਆ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾ ਦਿੱਤੀ ਆ। ਕਿਉਂਕਿ ਨੌਕਰੀ ਹੈ, ਸਰਵਿਸ ਕਰਨ ਵਾਲਾ ਮਜਬੂਰ ਹੁੰਦਾ ਹੈ, ਉਹਦੀਆਂ ਕੋਈ ਹੱਦ ਬੰਦੀਆਂ ਹੁੰਦੀਆਂ ਨੇ ਜਿੱਥੋਂ ਤੱਕ ਉਹ ਕੰਮ ਕੋਈ ਕਰ ਸਕਦਾ ਹੈ। ਇਹਨੇ ਬਹੁਤ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈ, ਪਰ ਆਖਿਆ ਮਹਾਰਾਜ ਆ ਇੱਕ ਮੇਰੇ ਵਾਸਤੇ ਮੁਸੀਬਤ ਖੜੀ ਹੋ ਗਈ। ਤੇ ਪਾਤਸ਼ਾਹ ਜੀ ਆ ਪੱਤਰਿਆ ਆ ਚਿੱਠੀ ਆ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਜਿਹੜੀ ਉਸ ਆਪਣੇ ਬੰਦੇ ਦੇ ਰਾਹੀਂ ਮੇਰੇ ਪਾਸ ਭੇਜ ਦਿੱਤੀ ਹੈ। ਪੁਣ ਪਾਵਕ ਮੈਂ ਸੋ ਖਤ ਪਾਇਓ। ਉਹਨੇ ਸਤਿਗੁਰਾਂ ਨੂੰ ਖਤ ਪੜ੍ਹ ਕੇ ਸੁਣਾ ਦਿੱਤਾ, ਫਿਰ ਉਸ ਚਿੱਠੀ ਨੂੰ ਪਾੜ ਕੇ ਅੱਗ ਵਿੱਚ ਸੁੱਟ ਦਿੱਤਾ ਹੈ, ਕਿਉਂਕਿ ਸਬੂਤ ਮਿਟਾਉਣਾ ਸੀ, ਕਿਸੇ ਹੋਰ ਸਿਪਾਹੀ ਦੇ ਹੱਥ ਵਿੱਚ ਨਾ ਆ ਜਾਏ। ਹੋਰ ਸਰਕਾਰ ਦੇ ਬੜੇ ਬੰਦੇ ਹੁੰਦੇ ਆ, ਦਰੋਗੇ ਦੇ ਵਾਸਤੇ ਮੁਸੀਬਤ ਬਣ ਜਾਣੀ ਸੀ, ਕਿਉਂਕਿ ਜ਼ਿੰਮੇਵਾਰ ਆ। ਹੁਣ ਚੰਦੂ ਬੜੀ ਪਹੁੰਚ ਵਾਲਾ ਹੈ, ਉਹਦੀ ਚੰਡਾਲ ਚੌਂਕੜੀ ਦੇ ਕਈ ਬੰਦੇ ਉੱਥੇ ਹੋਰ ਵੀ ਹੋ ਸਕਦੇ ਆ।
ਸੋ ਇਸ ਹਰੀਦਾਸ ਦਰੋਗੇ ਨੇ ਖਤ ਪੜ੍ਹ ਕੇ ਸਤਿਗੁਰਾਂ ਨੂੰ ਸੁਣਾਇਆ, ਫਿਰ ਅੱਗ ਵਿੱਚ ਸੁੱਟ ਕੇ ਸਾੜ ਦਿੱਤਾ ਹੈ। ਸ਼੍ਰੀ ਹਰਗੋਬਿੰਦ ਬਾਕ ਉਚਾਰੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਉਹਨਾਂ ਨੇ ਦਰੋਗੇ ਦੇ ਪਾਸੋਂ ਇਹ ਗੱਲ ਸੁਣੀ ਤੇ ਮਹਾਰਾਜ ਆਪਣੇ ਮੁਖ ਦੇ ਵਿੱਚੋਂ ਕੀ ਬਚਨ ਕਰਦੇ ਹਨ। ਮਰਹਿ ਦੁਸ਼ਟ ਪਹੁੰਚੇ ਜਮ ਦੁਆਰੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤੇ, ਵੇਖ ਭਾਈ ਹਰੀਦਾਸ ਦਰੋਗਾ ਜੀ, ਇਹ ਜਿਹੜਾ ਦੁਸ਼ਟ ਆ ਹੁਣ ਛੇਤੀ ਮਰ ਜਾਏਗਾ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੁਸ਼ਟ ਦੀ ਮੌਤ ਨੇੜੇ ਆ ਗਈ ਆ, ਛੇਤੀ ਹੀ ਇਹਦੀ ਮੌਤ ਇਹਨੂੰ ਯਮਾਂ ਦੇ ਕਰ ਲੈ ਜਾਏਗੀ। ਜਮ ਦੁਆਰੇ, ਯਮਾਂ ਦੇ ਦਰਵਾਜ਼ੇ ਉੱਤੇ ਛੇਤੀ ਹੀ ਜਾਵੇਗਾ। ਆਣ ਸਮਾਂ ਟਿਗ ਪਹੁੰਚਿਓ ਤਾਹੀ। ਹੁਣ ਇਸ ਬੰਦੇ ਦਾ ਜਿਹੜਾ ਇਹ ਸਮਾਂ ਬਹੁਤ ਨੇੜੇ ਆ ਗਿਆ ਹੈ, ਬਸ ਇਹਦਾ ਥੋੜਾ ਹੀ ਸਮਾਂ ਬਾਕੀ ਰਹਿ ਗਿਆ ਹੈ। ਹੁਤਕ ਮੌਤ ਬਚੀ ਅਬ ਨਾਹੀ। ਮਹਾਰਾਜ ਕਹਿਣ ਲੱਗੇ, ਬੜੀ ਕੁਮੌਤ ਮੱਤੇ ਮਰੇਗਾ, ਬੜੀ ਭੈੜੀ ਮੌਤੇ ਮਰੇਗਾ। ਹੁਣ ਤੱਕ ਤੇ ਬਚਿਆ ਆਇਆ, ਹੁਣ ਤੱਕ ਇਹ ਬੜੇ ਵਾਲ ਛਾਲ ਸਾਜ਼ਿਸ਼ਾਂ ਘਟਦਾ ਰਿਹਾ, ਹੁਣ ਬੜੀ ਭੈੜੀ ਮੌਤੇ ਇਹ ਮਰਨ ਵਾਲਾ ਹੈ। ਜਮਾਦਾਰ ਸੁਣ ਕਰ ਹਰ ਖਾਇਓ। ਜਮਾਦਾਰ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖ ਵਿੱਚੋਂ ਇਹ ਸ਼ਬਦ ਸੁਣੇ, ਉਹਦੇ ਮਨ ਨੂੰ ਬੜੀ ਖੁਸ਼ੀ ਹੋਈ ਆ, ਕਿਉਂਕਿ ਸਤਿਗੁਰਾਂ ਦੇ ਉੱਤੇ ਬੜੀ ਉਹਦੀ ਸ਼ਰਧਾ, ਪ੍ਰੇਮ ਬੜਾ ਵੱਡਾ ਹੈ ਵੀ ਗੁਰੂ ਸਾਹਿਬ ਜੀ ਦੇ ਬਚਨ ਅਟਾਲਿਆ। ਜਿਵੇਂ ਸਤਿਗੁਰਾਂ ਨੇ ਕਿਹਾ ਉਸੇ ਹੀ ਤਰ੍ਹਾਂ ਹੀ ਹੋਵੇਗਾ। ਜਦੋਂ ਜਮਾਦਾਰ ਨੇ ਇਹ ਬਚਨ ਸਤਿਗੁਰਾਂ ਦੇ ਪਾਸੋਂ ਸੁਣੇ ਆ, ਉਹਦੇ ਮਨ ਵਿੱਚ ਬਹੁਤ ਖੁਸ਼ੀ ਹੁੰਦੀ ਹੈ। ਇਹ ਬੜ ਪਾਪੀ ਬਹੁਤ ਬਚਾਇਓ। ਉਹਨੇ ਆਖਿਆ, ਮਹਾਰਾਜ ਬਹੁਤ ਵੱਡਾ ਪਾਪੀ ਆ, ਹੁਣ ਤੱਕ ਇਹ ਬਹੁਤ ਬਚਿਆ ਹੈ। ਇਹਨੇ ਪਾਪ ਕਰਮ ਬੜੇ ਕੀਤੇ ਆ, ਹੰਕਾਰੀ ਬਹੁਤ ਜ਼ਿਆਦਾ ਹੈ, ਹੁਣ ਤੱਕ ਇਹ ਬਚਦਾ ਹੀ ਆਇਆ ਹੈ। ਕਰੀ ਅਵਗਿਆ ਵੱਡਿਓ ਵਡੇਰੇ। ਇਹਨੇ ਵਡੇਰਿਆਂ ਤੋਂ ਵੱਡੇ ਦੀ, ਵੱਡੇ ਤੋਂ ਵੱਡੀ, ਵੱਡਿਆਂ ਦੀ ਬਹੁਤ ਇਸ ਪਾਪੀ ਬੰਦੇ ਨੇ ਅਵਗਿਆ ਕੀਤੀ ਹੈ। ਬਹੁਤ ਇਹਨੇ ਗਲਤੀਆਂ ਕੀਤੀਆਂ ਹਨ, ਬੜੇ ਪਾਪ ਇਸ ਬੰਦੇ ਨੇ ਕੀਤੇ ਹਨ। ਅਬਲ ਨਹਿ ਬਾਦਾ ਕੁਛ ਹੀਰੇ। ਹੇ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਨੇ ਇਹ ਬਚਨ ਕਰ ਦਿੱਤੇ ਆ, ਤੇ ਮਹਾਰਾਜ ਹੁਣ ਇਸੇ ਤਰ੍ਹਾਂ ਜਿਵੇਂ ਆਪ ਜੀ ਨੇ ਕਿਹਾ ਇਸੇ ਤਰ੍ਹਾਂ ਹੀ ਹੋਵੇਗਾ। ਹੁਣ ਤੱਕ ਤੇ ਇਹਨੂੰ ਕਿਸੇ ਨੇ ਬੱਧਾ ਨਹੀਂ, ਭਾਵ ਆਪ ਇਹ ਜੇਲ੍ਹਾਂ ਵਿੱਚ ਜਾਣ ਤੋਂ ਵੀ ਬਚਿਆ ਰਿਹਾ, ਤੇ ਦੁਨੀਆ ਦੇ ਲੋਕਾਂ ਦੇ ਕੋਲੋਂ ਆਪਣੇ ਪਾਪ ਵੀ ਬਚਾਉਂਦਾ ਰਿਹਾ। ਕਿਸੇ ਨੂੰ ਇਹਨੇ ਵੇਖਣ ਨਹੀਂ ਦਿੱਤਾ, ਜ਼ਾਹਰ ਨਹੀਂ ਹੋਣ ਦਿੱਤਾ ਹੈ। ਦੇਹ ਸਜਾਏ ਤਬ ਦੁਸ਼ਟ ਜੋ ਸਾਰੇ। ਇਹ ਸੱਚੇ ਪਾਤਸ਼ਾਹ, ਜਿਹੜੇ ਦੁਸ਼ਟ ਬੰਦੇ ਮਾੜੇ ਕਰਮ ਕਰਦੇ ਆ, ਸਤਿਗੁਰੂ ਜੀ ਉਹਨਾਂ ਨੂੰ ਫਿਰ ਸਜ਼ਾ ਦੇਣੀ ਹੀ ਬਣਦੀ ਆ। ਇੱਕ ਨਹੀਂ, ਜਿੰਨੇ ਵੀ ਦੋਸ਼ੀ ਆ ਉਹਨਾਂ ਨੂੰ ਬਣਦੀ ਸਜ਼ਾ ਦੇ ਦਿੱਤੀ ਜਾਏ। ਨਿਰਧਾਰ ਹੈ ਰਾਵਰ ਡਰ ਧਾਰੇ। ਜੇ ਇਹਨਾਂ ਨੂੰ ਸਜ਼ਾ ਦਿਓਗੇ ਤੇ ਤਾਦੀ ਜੋ ਸਾਰੇ ਦੁਸ਼ਟ ਹਨ ਉਹ ਆਪ ਦਾ ਡਰ ਨਿਸ਼ਚੇ ਧਾਰਨ ਕਰਨਗੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਹੁਤ ਵੱਡੇ ਬਲ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਆ। ਇਸ ਕਰਕੇ ਜਿਹੜੇ ਇਹੋ ਜਿਹੇ ਪਾਪੀ ਬੰਦੇ ਆ ਉਹਨਾਂ ਨੂੰ ਦੰਡ ਦੇਣਾ ਹੀ ਬਣਦਾ ਹੈ। ਵਹਿਰ ਜਾਏ ਚੰਦੂ ਨਰ ਹੀਰਾ। ਜਿਹੜਾ ਹੁਣ ਚੰਦੂ ਦਾ ਜਿਹੜਾ ਮਨੁੱਖ ਸੀ ਨਾ, ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਇਹ ਦਰੋਗਾ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਉਸ ਬੰਦੇ ਨੂੰ ਵੇਖਣ ਵਾਸਤੇ ਜਾਂਦਾ ਵੀ ਉਹ ਬੰਦਾ ਕਿੱਥੇ ਆ ਜਿਹੜਾ ਚੰਦੂ ਨੇ ਭੇਜਿਆ ਹੈ। ਕਹਿਆ ਜਹੋ ਨਿਜ ਸਦਨ ਸੁਵੀਰਾ। ਤੇ ਜਦੋਂ ਮਹਾਰਾਜ ਜੀ ਦੇ ਪਾਸੋਂ ਇਹ ਬਚਨ ਦਰੋਗੇ ਨੇ ਸੁਣਿਆ ਤੇ ਉਹਨੂੰ ਕੁਝ ਹੌਸਲਾ ਹੋ ਗਿਆ।
ਵੀ ਜਿਹੜਾ ਸਤਿਗੁਰਾਂ ਨੇ ਬਚਨ ਕੀਤਾ ਇਹ ਅਟਲ ਹੈ ਤੇ ਇਸ ਪਾਪੀ ਦੀ ਮੌਤ ਹੁਣ ਛੇਤੀ ਹੋ ਜਾਣੀ ਹੈ। ਹੁਣ ਇਸ ਹਰੀਦਾਸ ਦਰੋਗੇ ਨੂੰ ਬੜਾ ਗੁੱਸਾ ਆਇਆ ਉਸ ਬੰਦੇ ਦੇ ਉੱਤੇ ਜਿਹੜਾ ਬੰਦਾ ਚੰਦੂ ਨੇ ਭੇਜਿਆ, ਤੇ ਇਹ ਦਰੋਗਾ ਲੱਭਦਾ ਲੱਭਦਾ ਹੁਣ ਉਸ ਬੰਦੇ ਦੇ ਕੋਲ ਆਇਆ। ਉਹਨੂੰ ਆਖਿਆ ਵੀ ਇੱਥੋਂ ਚਲੇ ਜਾ, ਤੂੰ ਆਪਣੇ ਘਰ ਨੂੰ ਚਲੇ ਜਾ, ਅਸੀਂ ਸਵੇਰ ਹੋਵੇਗੀ ਤੇ ਆਪੇ ਦੇਖ ਲਵਾਂਗੇ। ਹਮ ਤੇ ਆਗਿਆਸ ਹੋਤ ਨਾ ਕੋਈ। ਹਰੀਦਾਸ ਦਰੋਗੇ ਨੇ ਇੱਥੋਂ ਤੱਕ ਆਖਿਆ, ਓਏ ਪਾਪੀਆ, ਇਹ ਪਾਪ ਸਾਡੇ ਕੋਲੋਂ ਨਹੀਂ ਹੋ ਸਕਦਾ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਰਤੀ ਖਲੋਤੀ ਆ ਰੱਬ ਦੇ ਪਿਆਰਿਆਂ ਦੇ ਆਸਰੇ ਤੇ। ਹਰੀਦਾਸ ਦਰੋਗਾ ਸਰਕਾਰੀ ਕਰਮਚਾਰੀ ਆ, ਜੇਲ੍ਹ ਸੁਪਰਡੈਂਟ ਆ, ਸਰਕਾਰ ਦੀ ਨੌਕਰੀ ਕਰਦਾ ਹੈ, ਔਰ ਉਸ ਨੇ ਚੰਦੂ ਦੇ ਆਏ ਹੋਏ ਬੰਦੇ ਨੂੰ ਲਾਹਨਤਾਂ ਪਾਈਆਂ। ਕਹਿਣ ਲੱਗੇ ਜਾ ਇੱਥੋਂ ਚਲੇ ਜਾ, ਇਹ ਜਿਹੜਾ ਪਾਪ ਆ ਉਹ ਸਾਡੇ ਕੋਲੋਂ ਕਦੇ ਹੋ ਨਹੀਂ ਸਕਦਾ ਹੈ। ਭਲੋ ਜਾਣ ਤੁਮ ਕੀਜਹਿ ਸੋਈ। ਤੇਰਾ ਚੰਗਾ ਇਸੇ ਗੱਲ ਵਿੱਚ ਹੀ ਆ, ਤੇਰਾ ਭਲਾ ਇਸੇ ਗੱਲ ਵਿੱਚ ਹੀ ਆ ਵੀ ਤੂੰ ਇਸ ਗਵਾਲੀਅਰ ਦੇ ਕਿਲੇ ਵਿੱਚੋਂ ਚਲੇ ਜਾ। ਹਰੀਦਾਸ ਦਰੋਗੇ ਨੂੰ, ਕਿਉਂਕਿ ਗੁਰ ਕੀ ਨਿੰਦਾ ਸੁਨੇ ਨਾ ਕਾਨ, ਗੁਰੂ ਕਾ ਸਿੱਖ ਆਪਣੇ ਕੰਨਾਂ ਦੇ ਨਾਲ ਆਪਣੇ ਗੁਰੂ ਦੀ ਨਿੰਦਿਆ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਗੁਰੂ ਘਰ ਦੀ ਬੇਅਦਬੀ ਔਰ ਗੁਰੂ ਵਾਸਤੇ ਕੋਈ ਬੁਰਾ ਸੋਚੜਿਆਂ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ। ਉਸ ਗਵਾਲੀਅਰ ਦੇ ਵਿੱਚੋਂ ਉਹਨੇ ਆਖਿਆ ਤੂੰ ਬਾਹਰ ਚਲੇ ਜਾ, ਇਹਦੇ ਨਾਲ ਹੀ ਤੇਰਾ ਭਲਾ ਹੈ। ਲਿਖਿਆ ਬਾਦਸ਼ਾਹ ਇਨ ਰਾਖ ਸੁਖਾਰੇ। ਕਹਿਣ ਲੱਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਬਾਦਸ਼ਾਹ ਨੇ ਤੇ ਆਪ ਚਿੱਠੀ ਮੇਰੇ ਪਾਸ ਲਿਖ ਕੇ ਭੇਜੀ ਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੁੱਖ ਸ਼ਾਂਤ ਦੇ ਨਾਲ ਰੱਖਿਆ ਜਾਏ, ਉਹਨਾਂ ਦੀ ਸੇਵਾ ਕੀਤੀ ਜਾਏ, ਉਹਨਾਂ ਦਾ ਖਿਆਲ ਰੱਖਿਆ ਜਾਏ। ਬਹੁ ਦੁਖ ਤੇ ਮਨ ਮਹਿ ਮਰ ਜਾਇਓ। ਹੁਣ ਬੜਾ ਦੁਖੀ ਹੋਇਆ, ਕਿਉਂਕਿ ਉਹੋ ਜਿਹਾ ਦਾ ਬੰਦਾ ਜਿਹੜਾ ਚੰਦੂ ਨੇ ਭੇਜਿਆ ਉਸੇ ਵਰਗਾ ਹੀ ਹੋਵੇਗਾ। ਉਹਦੇ ਮਨ ਨੂੰ ਬੜਾ ਦੁੱਖ ਹੋਇਆ ਤੇ ਮੁਰਝਾ ਗਿਆ ਹੈ, ਚਿਹਰਾ ਬਹੁਤ ਢਿੱਲਾ ਪੈ ਗਿਆ ਹੈ। ਨਿਸ ਦਿਨ ਜੈਸ ਕੇ ਚਿੰਤ ਬਸਾਲਾ। ਉਹਨੂੰ ਉਸੇ ਵੇਲੇ ਚਿੰਤਾ ਲੱਗ ਗਈ ਤੇ ਦਿਨ ਤੇ ਰਾਤ ਬੜੀ ਚਿੰਤਾ ਦੇ ਵਿੱਚ ਉਹਨੇ ਬਤੀਤ ਕੀਤਾ ਹੈ। ਹੁਤੋ ਕਿ ਮੈਂ ਨਤ ਮੇਰੋ ਕਾਲਾ। ਮੇਰੇ ਪਾਸੋਂ ਇਹ ਕੰਮ ਨਹੀਂ ਹੋ ਸਕੇਗਾ। ਮੈਨੂੰ ਭੇਜਿਆ ਸੀ ਚੰਦੂ ਨੇ, ਤੇ ਜਿਹੜੇ ਕੰਮ ਦੇ ਵਾਸਤੇ ਭੇਜਿਆ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਚੋਲਾ ਪਵਾ ਕੇ ਮਾਰ ਦਿੱਤਾ ਜਾਏ, ਮੇਰੇ ਕੋਲੋਂ ਇਹ ਕੰਮ ਹੋ ਨਹੀਂ ਸਕਿਆ ਹੈ। ਹਮ ਰਾਵਣ ਧਨ ਦੀਨ ਸਖਾਇਓ। ਤੇ ਉਹ ਰਾਵਣ ਜਿਨ੍ਹਾਂ ਨੂੰ ਧਨ ਦਿੱਤਾ ਗਿਆ, ਜਿਹੜੇ ਖਰੀਦੇ ਗਏ ਸਨ, ਕਿਉਂਕਿ ਚੰਦੂ ਨੇ ਬਹੁਤ ਸਾਰੇ ਲੋਕਾਂ ਨੂੰ ਖਰੀਦਿਆ ਹੈ। ਜਿਹੜੇ ਬਾਦਸ਼ਾਹ ਦੇ ਕੋਲ ਰਹਿਣ ਵਾਲੇ ਆ ਉਹਨਾਂ ਨੂੰ ਧਨ ਦੇ ਕੇ ਕੁਝ ਸਿਖਾਇਆ ਗਿਆ ਹੈ। ਨਹੀਂ ਛਾਗੇ ਯਾਦ ਕਰਾਇਓ। ਬਾਦਸ਼ਾਹ ਦੇ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਸਰਕਾਰੀ ਕਰਮਚਾਰੀ ਆ ਉਹਨਾਂ ਨੇ ਬਾਦਸ਼ਾਹ ਨੂੰ ਚੇਤਾ ਹੀ ਨਹੀਂ ਆਉਣ ਦਿੱਤਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਆ। ਹੋਰ ਗੱਲਾਂ ਦੇ ਵਿੱਚ ਉਹਨਾਂ ਨੇ ਬਾਦਸ਼ਾਹ ਦੇ ਕੋਲ ਗੁਰੂ ਸਾਹਿਬ ਜੀ ਦਾ ਜਦੋਂ ਕੋਈ ਨਾਮ ਲੈਣ ਦੀ ਗੱਲ ਚੱਲਦੀ ਸੀ ਤੇ ਉਹ ਇਸ ਗੱਲ ਤੋਂ ਪਾਸਾ ਹੀ ਵੱਟਦੇ ਸਨ। ਗੁਰ ਕਾ ਜ਼ਿਕਰ ਕਰੋ ਅਬ ਨਾਹੀ। ਉਹ ਕਹਿੰਦੇ ਸਨ ਕਿ ਬਾਦਸ਼ਾਹ ਹੁਣ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਕੋਈ ਜ਼ਿਕਰ ਨਾ ਹੀ ਕਰੋ। ਤੁਹਾਡਾ ਵੇਖੋ ਜੀ ਸਰੀਰ ਤੰਦਰੁਸਤ ਆ, ਜੇ ਤੁਸੀਂ ਗੁਰੂ ਸਾਹਿਬ ਨੂੰ ਆਖੋਗੇ ਬਾਹਰ ਆ ਗਏ ਤੇ ਕਿਤੇ ਫਿਰ ਢਿੱਲ ਮੱਠ ਨਾ ਹੋ ਜਾਏ, ਕਿਉਂਕਿ ਚੰਡਾਲ ਚੌਂਕੜੀ ਸੀ ਝੂਠ ਬੋਲਣ ਵਾਲੀ। ਜਦੋਂ ਗੁਰੂ ਸਾਹਿਬ ਜੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਉਹ ਕਹਿੰਦੇ ਸਨ ਮਹਾਰਾਜ ਨਾ, ਤੁਸੀਂ ਬਾਦਸ਼ਾਹ ਨੂੰ ਕਹਿੰਦੇ ਸਨ ਬਾਦਸ਼ਾਹ ਜੀ ਗੁਰੂ ਸਾਹਿਬ ਜੀ ਦੇ ਬਾਰੇ ਕੋਈ ਗੱਲ ਨਾ ਕਰੋ। ਜਿਸ ਤੈ ਬਸੇ ਦੁਰਗ ਕੇ ਮਾਹੀ। ਉਹਨਾਂ ਨੂੰ ਕਿਲੇ ਵਿੱਚ ਹੀ ਰਹਿਣ ਦਿਓ। ਵੇਖੋ ਕਿੰਨੀ ਘਟੀਆ ਸੋਚ। ਬਾਦਸ਼ਾਹ ਨੂੰ ਕਹਿੰਦੇ ਸਨ
ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਲ੍ਹੇ ਵਿੱਚ ਰਹਿਣ, ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਆਉਣ ਬਾਰੇ ਕੋਈ ਕਿਸੇ ਕਿਸਮ ਦੀ ਗੱਲ ਨਾ ਕਰੋ। ਬਾਦਸ਼ਾਹ ਜੇ ਕਹੇ ਫੇਰ ਮਤ ਦੀਜੈ। ਜੇ ਬਾਦਸ਼ਾਹ ਕਦੇ ਕੋਈ ਗੱਲ ਕਰਦਾ ਵੀ ਆ ਤੇ ਜਿਹੜਾ ਚੰਡਾਲ ਚੌਂਕੜੀ ਦਾ ਵਿਸ਼ਿਆ ਹੋਇਆ ਜਾਲ, ਚੰਦੂ ਦੇ ਜਿਹੜੇ ਬੰਦੇ ਆ, ਖਾਸ ਕਰਮਚਾਰੀ, ਉੱਚ ਅਧਿਕਾਰੀ ਜਿਨ੍ਹਾਂ ਨੂੰ ਧਨ ਦਿੱਤਾ ਹੈ, ਉਹ ਕਹਿੰਦੇ ਸਨ ਬਾਦਸ਼ਾਹ ਤੁਸੀਂ ਆਪਣੇ ਸਰੀਰ ਦੀ ਤੰਦਰੁਸਤੀ ਦਾ ਖਿਆਲ ਰੱਖੋ। ਤੁਹਾਡੀ ਤੰਦਰੁਸਤੀ ਚਾਹੀਦੀ ਹੈ ਜਿਹਦੇ ਨਾਲ ਤੁਸੀਂ ਸੰਸਾਰ ਵਿੱਚ ਵਿਚਰਦੇ ਰਹੋਗੇ, ਤੇ ਤੁਸੀਂ ਗੁਰੂ ਸਾਹਿਬ ਜੀ ਦੇ ਵਾਸਤੇ ਕੋਈ ਗੱਲ ਨਾ ਕਰੋ, ਭਾਵ ਸਤਿਗੁਰਾਂ ਦੇ ਬਾਰੇ ਕੋਈ ਬਚਨ ਨਾ ਹੀ ਕਰਨ। ਇਹਨਾਂ ਦੀ ਕੋਸ਼ਿਸ਼ ਇਹੀ ਹੈ ਵੀ ਕਿਲ੍ਹੇ ਵਿੱਚ ਰਹਿਣ। ਜੇ ਬਾਦਸ਼ਾਹ ਗੱਲ ਕਰਦਾ ਹੈ ਤੇ ਇਸ ਢੰਗ ਦੇ ਨਾਲ ਗੱਲ ਬਦਲਣ ਵਾਸਤੇ ਯਤਨ ਕਰਦੇ ਹਨ। ਨਿਜ ਸੁਖ ਹਿਤ ਗੁਰ ਨਹਿ ਨਕੀਜੈ। ਤੁਹਾਡੀ ਸੁਖ ਸਾਧ ਚਾਹੀਦੀ ਹੈ, ਤੁਹਾਡੀ ਤੰਦਰੁਸਤੀ ਚਾਹੀਦੀ ਹੈ, ਤੁਹਾਡਾ ਭਲਾ ਚਾਹੀਦਾ ਹੈ, ਕਿਉਂਕਿ ਚਾਪਲੂਸੀ ਕਰਨ ਵਾਲੇ ਲੋਕ ਅੱਜ ਵੀ ਇਸੇ ਤਰ੍ਹਾਂ ਕਰਦੇ ਆ ਤੇ ਇਸੇ ਤਰ੍ਹਾਂ ਕਹਿੰਦੇ ਨੇ ਸਾਨੂੰ ਤੁਹਾਡੀ ਸੁਖ ਚਾਹੀਦੀ ਹੈ, ਸਤਿਗੁਰਾਂ ਨੂੰ ਕਿਲ੍ਹੇ ਵਿੱਚ ਹੀ ਰੱਖੋ, ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਹੀ ਰਹਿਣ ਦਿਓ। ਇਸ ਤਰ੍ਹਾਂ ਬਾਦਸ਼ਾਹ ਦੇ ਕੋਲ ਇਹੋ ਜਿਹੇ ਭਰਮਾਉਣ ਵਾਲੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ। ਵਸਹਿ ਦੁਰਗ ਸਿਮਰੰਤ ਖੁਦਾਏ। ਕਹਿਣ ਲੱਗੇ ਸਤਿਗੁਰੂ ਜੀ ਕਿਲ੍ਹੇ ਵਿੱਚ ਹੀ ਰਹਿਣਗੇ ਤੇ ਉੱਥੇ ਜਿੰਨਾ ਚਿਰ ਉਹ ਰਹਿਣਗੇ ਖੁਦਾ ਨੂੰ ਚੇਤੇ ਕਰਨਗੇ, ਰੱਬ ਦਾ ਸਿਮਰਨ ਕਰਨਗੇ, ਅੱਲਾ ਅੱਲਾ ਜਪਣਗੇ। ਇਹਦੇ ਵਿੱਚ ਤੁਹਾਡਾ ਭਲਾ ਵਾ। ਸਤਿਗੁਰੂ ਮਹਾਰਾਜ ਜੀ ਜੇ ਗਵਾਲੀਅਰ ਦੇ ਕਿਲ੍ਹੇ ਵਿੱਚ ਰਹਿੰਦੇ ਨੇ ਬਾਦਸ਼ਾਹ, ਇਹਦੇ 'ਚ ਤੁਹਾਡਾ ਹੀ ਭਲਾ ਹੋਵੇਗਾ, ਕਿਉਂਕਿ ਉਹ ਰੱਬ ਦੇ ਸਿਮਰਨ ਵਿੱਚ ਲੀਨ ਹਨ। ਤੁਮਰੇ ਬਿਨ ਸੇ ਅਕਲ ਬੁਲਾਏ। ਤੇ ਕਹਿੰਦੇ ਨੇ ਬਾਦਸ਼ਾਹ ਤੁਹਾਡੇ ਸਿਰ ਤੋਂ ਬਲਾ ਟਲ ਗਈ, ਹੋਰ ਤੁਹਾਨੂੰ ਕੀ ਚਾਹੀਦਾ? ਸਤਿਗੁਰੂ ਜੀ ਉੱਥੇ ਕਿਲ੍ਹੇ ਵਿੱਚ ਬੈਠੇ ਆ, ਅੱਲਾ ਨੂੰ ਚੇਤੇ ਕਰਦੇ ਆ, ਖੁਦਾ ਦਾ ਸਿਮਰਨ ਕਰਦੇ ਆ, ਤੇ ਤੁਹਾਡੇ ਸਿਰ ਤੋਂ ਬਲਾ ਟਲ ਗਈ, ਤੁਹਾਨੂੰ ਹੋਰ ਕੀ ਚਾਹੀਦਾ? ਤੁਹਾਡੀ ਸੁੱਖ ਚਾਹੀਦੀ ਆ, ਤੁਸੀਂ ਉਹਨਾਂ ਦੇ ਬਾਰੇ ਕੋਈ ਗੱਲ ਨਾ ਕਰੋ ਤੇ ਉਹਨਾਂ ਗੱਲਾਂ ਨੂੰ ਭੁੱਲ ਜਾਵੋ। ਨਿਜ ਸੁਖ ਚਾਹ ਦੁਰਗਮ ਹੈ ਰਾਖੋ। ਬਸ ਤੁਹਾਡੀ ਸੁੱਖ ਸ਼ਾਂਤ ਚਾਹੀਦੀ ਹੈ, ਅਸੀਂ ਤਾਂ ਤੁਹਾਡੇ ਨਾਲ ਜੁੜੇ ਆ, ਸਾਨੂੰ ਤੁਹਾਡੀ ਜਿਹੜੀ ਆ ਉਹ ਖੁਸ਼ੀ ਦੀ ਖਬਰ ਰਹਿਣੀ ਚਾਹੀਦੀ ਹੈ ਕਿ ਬਾਦਸ਼ਾਹ ਠੀਕ ਠਾਕ ਆ, ਚੜ੍ਹਦੀ ਕਲਾ ਵਿੱਚ ਆ, ਤੇ ਸਤਿਗੁਰਾਂ ਨੂੰ ਉੱਥੇ ਬਹਿ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਉਹਨਾਂ ਨੂੰ ਉੱਥੇ ਹੀ ਸਿਮਰਨ ਕਰਨ ਦੇਵੋ। ਸਿਮਰ ਹੈ ਬਾਦਸ਼ਾਹ ਜੀ ਇਸ ਬਿਦ ਭਾਖੋ। ਬਾਦਸ਼ਾਹ ਦੇ ਮਨ ਵਿੱਚ ਕਦੇ ਕਦੇ ਵਿਚਾਰ ਆਉਂਦੀ ਹੈ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇਕਰਾਰਨਾਮਾ ਜਿਹੜਾ ਕੀਤਾ ਹੈ ਉਹ ਸੰਪੂਰਨ ਹੋਣ ਵਾਲਾ ਹੈ। 40 ਦਿਨ ਦਾ ਕਹਿ ਕੇ ਭੇਜਿਆ ਸੀ ਤੇ ਬਾਦਸ਼ਾਹ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਉਹਦੇ ਜਿਹੜੇ ਬਾਕੀ ਲੋਕ ਆ ਜਿਨ੍ਹਾਂ ਨੂੰ ਆਪਾਂ ਪੀਏ ਕਹਿ ਦਿੰਦੇ ਆ, ਜਿਹੜੇ ਆਪਾਂ SDO ਕਹਿ ਦਿੰਦੇ ਆ, ਖਾਸ ਅਫਸਰ ਜਿਹੜੇ ਨੇੜੇ ਰਹਿਣ ਵਾਲੇ ਵਜ਼ੀਰ ਲੋਕ, ਜਿਹੜੇ ਮੰਤਰੀ ਲੋਕ ਆ, ਉਹ ਫਿਰ ਬਾਦਸ਼ਾਹ ਨੂੰ ਉਲਟੀ ਸਲਾਹ ਦਿੰਦੇ ਸਨ। ਵੇਖੋ ਜੀ ਤੁਹਾਡੀ ਸਲਾਮਤੀ ਚਾਹੀਦੀ ਹੈ, ਤੁਹਾਡੀ ਸੁੱਖ ਸ਼ਾਂਤ ਚਾਹੀਦੀ ਹੈ, ਐਸਾ ਨਾ ਹੋਵੇ ਜੇ ਸਤਿਗੁਰੂ ਕਿਲ੍ਹੇ ਵਿੱਚੋਂ ਬਾਹਰ ਆ ਗਏ ਉਹ ਸਾੜ ਸਤੀ ਉਸੇ ਵੇਲੇ ਤੁਹਾਡੇ ਸਿਰ 'ਤੇ ਨਾ ਚੜ੍ਹ ਜਾਏ, ਤੁਹਾਨੂੰ ਕਿਤੇ ਡੇਗ ਨਾ ਦੇਵੇ। ਇੰਨਾ ਬਾਦਸ਼ਾਹ ਨੂੰ ਡਰਾਉਂਦੇ ਹੈ। ਬਾਦਸ਼ਾਹ ਫਿਰ ਚੁੱਪ ਕਰ ਜਾਂਦਾ ਹੈ, ਕਿਉਂਕਿ ਹੈ ਤੇ ਵੀ ਕੋਈ ਏਡਾ ਵਧੀਆ ਬੰਦਾ ਨਹੀਂ ਸੀ, ਸ਼ਰਾਬੀ ਕੁਆਬੀ ਸਾਰੇ ਵਿਦਵਾਨ ਲਿਖਦੇ ਆ, ਇਹਦੇ ਵੀ ਕਈ ਵਾਰੀ ਮੱਤ ਮਾਰੀ ਜਾਂਦੀ ਹੈ, ਚੇਤਾ ਵੀ ਭੁੱਲ ਜਾਂਦਾ ਹੈ। ਤੋ ਜਿਵੇਂ ਲੋਕ ਕਹਿੰਦੇ ਸਨ ਉਹਦੇ ਮੁਤਾਬਿਕ ਇਹ ਬਾਦਸ਼ਾਹ ਚੱਲਦਾ ਹੈ। ਸੋ ਕਿਵੇਂ ਬਾਦਸ਼ਾਹ ਦੇ ਕੋਲ ਇਹ ਚੰਡਾਲ ਚੌਂਕੜੀ ਵਿਉਂਤਾ ਘਟਦੀ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਮੁਖਾਲਫਤ, ਉਹਨਾਂ ਦੀ ਵਿਰੋਧਤਾ ਕਰਦਿਆਂ ਅਜੇ ਵੀ ਗੁਰੂ ਸਾਹਿਬ ਜੀ ਦਾ ਵਿਰੋਧ ਹੀ ਕਰੀ ਜਾਂਦੇ ਹੈ ਵੀ ਗੁਰੂ ਸਾਹਿਬ ਜੀ ਕਿਲ੍ਹੇ ਵਿੱਚੋਂ ਕਿਤੇ ਬਾਹਰ ਨਾ ਜਾਣ। ਹਰੀਦਾਸ ਦਰੋਗਾ ਸਤਿਗੁਰਾਂ ਦਾ ਸ਼ਰਧਾਲੂ ਆ, ਮਨੋਂ ਮਰਦ ਬੰਦਾ ਨਿਕਲਿਆ
ਜਿਹੜਾ ਕਿਸੇ ਗੱਲ ਤੇ ਡੋਲਿਆ ਨਹੀਂ, ਇਮਾਨਦਾਰ ਅਫਸਰ ਨਿਕਲਿਆ, ਜਿਹਨੇ ਉਸੇ ਵੇਲੇ ਜਾ ਕੇ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਾਰੀ ਖਬਰ ਦੱਸ ਦਿੱਤੀ। ਤੇ ਚੰਦੂ ਦਾ ਬੰਦਾ ਨਿਰਾਸ਼ ਹੋ ਕੇ ਜਾਂਦਾ ਹੈ, ਬੜਾ ਦੁਖੀ ਹੁੰਦਾ ਹੈ। ਔਰ ਇਸ ਤੋਂ ਬਾਅਦ ਜੋ ਅਗਲੀ ਲੜੀ ਦਾ ਪ੍ਰਸੰਗ ਆ, ਕਿਵੇਂ ਚੱਲੇਗਾ, ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿੱਚ ਜੈ ਜੈਕਾਰ ਹੁੰਦੀ ਹੈ, ਸੋ ਅਗਲੇਰਾ ਪ੍ਰਸੰਗ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਵਿਚਾਰਿਆ ਜਾਏਗਾ। ਸਮੂਹ ਸੰਗਤ